ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਗੁਰੂ ਗਰੀਬ ਨਿਵਾਜ, ਅੰਤਰਜਾਮੀ ਪਾਰ ਬ੍ਰਹਮ ਪਰਮੇਸ਼ਰ, ਅਕਾਲ ਪੁਰਖ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਵਿਰਾਜਮਾਨ ਗੁਰੂ ਸਵਾਰੀ ਗੁਰੂ ਖਾਲਸਾ ਸਤ ਸੰਗਤ ਜੀਓ। ਆਪ ਸੰਗਤਾਂ ਬਹੁਤ ਉਦਮ ਕਰਕੇ ਗੁਰੂ ਪਾਤਸ਼ਾਹ ਦੇ ਚਰਨ ਸਪਰਸ਼ ਕਰ ਰਹੇ ਹੋ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਈ ਲੇਤ ਹੈ। ਕਿਸੇ ਦੇ ਮਨ ਵਿੱਚ ਉਦਮ ਪਾਣਾ ਵੀ ਰੱਬ ਦੀ ਆਪਣੀ ਬਖਸ਼ਿਸ਼ ਹੈ। ਹੁਣ ਸਵੇਰੇ ਸਵੇਰੇ ਬਿਸਤਰਾ ਛੱਡਣਾ, ਘਰ ਛੱਡਣਾ, ਕੰਮ ਕਾਜ ਟਾਈਮ ਸਿਰ ਆਪਣੇ ਪੂਰੇ ਕਰਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨਾ, ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ। ਖਾਲਸਾ ਜੀ ਜਿਨ੍ਹਾਂ ਉੱਤੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਉਹ ਆ ਕੇ ਸੇਵਾ ਕਰ ਰਹੇ ਹਨ, ਹਾਜ਼ਰੀ ਭਰ ਰਹੇ ਹਨ। ਜਿਨ੍ਹਾਂ ਉੱਤੇ ਬਖਸ਼ਿਸ਼ ਅਜੇ ਹੈ ਪਰ ਥੋੜੀ ਹੈ, ਉਹ ਵੀ ਉੱਠ ਕੇ ਆਪਣੇ ਕੰਮਾਂ ਕਾਰਜਾਂ ਉੱਤੇ ਲੱਗੇ ਹੋਏ ਹਨ। ਸ਼ੁਕਰਾਨਾ ਕਰੀਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕਿ ਵਾਹਿਗੁਰੂ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ। ਆਪ ਜੀ ਨੇ ਦਇਆ ਕਰਕੇ ਸਾਨੂੰ ਆਪਣੇ ਚਰਨਾਂ 'ਚ ਬਿਠਾਇਆ ਹੈ। ਇਹ ਦੀਨ ਬੰਧੂ ਦਇਆ ਨੇ ਸੁਆਮੀ, ਤੁਹਾਡੀ ਬਖਸ਼ਿਸ਼ ਨਾਲ ਪਾਤਸ਼ਾਹ ਇੱਥੇ ਬੈਠੇ ਆ, ਨਹੀਂ ਤਾਂ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਉਹਨਾਂ ਰੁਲਦਿਆਂ ਫਿਰਦਿਆਂ ਨੂੰ ਵੀ ਕੋਈ ਥਾਂ ਟਿਕਾਣਾ ਨਹੀਂ ਮਿਲਦਾ, ਤੇ ਗੁਰੂ ਪਾਤਸ਼ਾਹ ਦੀ ਮਿਹਰ ਮਹਾਰਾਜ ਜੀ ਨੇ ਸਭ ਨੂੰ ਥਾਂ ਟਿਕਾਣਾ ਬਖਸ਼ਿਸ਼ ਕੀਤਾ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ, ਜਗਤ ਜਲੰਦੇ ਨੂੰ ਉਤਾਰਦੇ ਹੋਏ ਗੁਰੂ ਪਾਤਸ਼ਾਹ। ਇੱਕ ਇਲਾਕਾ ਹੈ ਬਹਿਰ ਜੱਚ, ਜਿੱਥੇ ਕੱਲ ਨਗਰ ਕੀਰਤਨ ਪਹੁੰਚਿਆ ਸੀ। ਬਹਿਰ ਜੱਚ ਇਹ ਖਾਲਸਾ ਜੀਓ ਚਾਰ ਜੱਚ ਮੰਨੇ ਜਾਂਦੇ ਹਨ। ਰਤਨ ਜੱਚ, ਤੜਕੂ ਜੱਚ, ਰਾਮ ਜੱਚ ਤੇ ਬਹਿਰ ਜੱਚ। ਕੀ ਹਨ ਜੱਚ? ਜੱਚ ਕਹਿੰਦੇ ਦੇਵਤਿਆਂ ਨੂੰ ਆਮ ਸੌਖੀ ਭਾਸ਼ਾ ਵਿੱਚ। ਜਦੋਂ ਮਹਾਭਾਰਤ ਦਾ ਯੁੱਧ ਹੋਇਆ, ਉਦੋਂ ਖਾਲਸਾ ਜੀ ਚਾਰ ਜੱਚ ਚਾਰ ਕੋਨਿਆਂ ਤੇ ਬਿਠਾਏ ਗਏ। ਇੱਕ ਦੱਖਣ ਵਾਲੇ ਕੋਨੇ ਉੱਤੇ, ਇੱਕ ਪੂਰਬ ਵਾਲੇ, ਇੱਕ ਪੱਛਮ ਤੇ ਇੱਕ ਉੱਤਰ ਵਾਲੇ। ਇਹ ਕਿਉਂ ਬਿਠਾਏ ਗਏ? ਕਿ ਮਹਾਭਾਰਤ ਦਾ ਯੁੱਧ ਹੋ ਰਿਹਾ ਸੀ, ਵੀ ਕੋਈ ਕਾਇਰ ਬਣ ਕੇ ਯੁੱਧ ਵਿੱਚੋਂ ਦੌੜ ਨਾ ਜਾਵੇ। ਜਿਹੜਾ ਦੌੜਦਾ ਸੀ ਨਾ, ਉਹ ਧੱਕੇ ਮਾਰ ਕੇ ਅੰਦਰ ਚੱਲ ਵੀ ਅੰਦਰ ਯੁੱਧ ਕਰ। ਤਾਂ ਚਾਰ ਜੱਜ ਬਣਾਏ ਸਨ ਚਾਰ ਕੋਨਿਆਂ ਉੱਤੇ, ਤੇ ਜਿਸ ਪਾਸੇ ਵੱਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਚਰਨ ਪਾਏ, ਉਹ ਬਹਿਰ ਜੱਜ ਪੱਛਮ ਵਾਲੇ ਪਾਸੇ ਸੀ। ਜੇ ਕਹਿ ਲੋ ਪਟਿਆਲੇ ਦਾ ਕੋਨੇ ਦਾ ਇਲਾਕਾ, ਜ਼ਿਲ੍ਹੇ ਦਾ। ਉੱਥੇ ਗੁਰੂ ਪਾਤਸ਼ਾਹ ਨੇ ਚਰਨ ਪਾ ਕੇ ਨਾਮ ਬਾਣੀ ਦੀ ਸਿੱਖਿਆ ਬਖਸ਼ਿਸ਼ ਕੀਤੀ। ਕਿ ਸਭਨਾਂ ਨੂੰ ਪਾਤਸ਼ਾਹ ਨੇ ਆਖਿਆ, ਭਾਈ ਚੰਗੇ ਕਰਮ ਕਰਿਆ ਕਰੋ, ਨਾਮ ਬਾਣੀ ਦਾ ਜਾਪ ਕਰਿਆ ਕਰੋ। ਗੁਰੂ ਮਹਾਰਾਜ ਦੀ ਇਹ ਮਿਹਰ ਸਾਰਿਆਂ ਉੱਤੇ ਰਹੀ ਖਾਲਸਾ ਜੀਓ। ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਉੱਥੋਂ ਫਿਰ ਖਾਲਸਾ ਜੀਓ ਮਹਾਰਾਜ ਅੱਗੇ ਉਦਾਸੀਆਂ ਲਈ ਚਲੇ ਗਏ।
ਨਗਰ ਕੀਰਤਨ ਅੱਜ ਕਰਹਾਲੀ ਸਾਹਿਬ ਤੋਂ ਖਾਲਸਾ ਜੀਓ ਗੁਰੂ ਕੇ ਪਿਆਰੇ ਚਾਲਾ ਪਾ ਕੇ ਫਿਰ ਅੱਗੇ ਇੱਕ ਹੋਰ ਦੋ ਪਿੰਡ ਹਨ, ਬੀਬੀਪੁਰ ਤੇ ਬੁੱਧਮੋਰ, ਜਿੱਥੇ ਗੁਰੂ ਪਾਤਸ਼ਾਹ ਨੇ ਚਰਨ ਪਾਏ। ਜਦੋਂ ਇਧਰੋਂ ਜਾਓ ਨਾ ਖਾਲਸਾ ਜੀਓ, ਪਟਿਆਲੇ ਤੋਂ ਦੇਵੀਗੜ੍ਹ ਰੋਡ ਤੇ ਉਸ ਰੋਡ ਤੇ ਅੱਗੇ ਜਾ ਕੇ ਖਾਲਸਾ ਜਦੋਂ ਜਾਂਦੇ ਹੋਏ ਖੱਬੇ ਹੱਥ ਤੇ ਆਉਂਦਾ ਹੈ, ਥੋੜਾ ਜਿਹਾ ਪਿੱਛ ਅੰਦਰ ਜਾ ਕੇ 1.5-2 ਕਿਲੋਮੀਟਰ, ਉਹ ਬੀਬੀਪੁਰ ਉਹਨੂੰ ਕਹਿੰਦੇ। ਬੀਬੀਪੁਰ ਕਿਉਂ ਕਹਿੰਦੇ? ਕਿ ਬੀਬੀ ਨੇ ਪਾਤਸ਼ਾਹ ਦੀ ਸੇਵਾ ਕੀਤੀ ਸੀ, ਮਾਈਆਂ ਰੱਬ ਰਜਾਈਆਂ। ਉਹਨੂੰ ਬੀਬੀਪੁਰ ਖੁਰਦ ਵੀ ਕਹਿੰਦੇ ਹਨ। ਖੁਰਦ ਛੋਟਾ ਤੇ ਬੀਬੀਪੁਰ ਕਲਾਂ ਵੱਡਾ ਸੀ। ਉਹ ਖਾਲਸਾ ਜੀ ਉਹ ਕੁਸ਼ੇਤਰ ਦੇ ਕੋਲ ਹੈ। ਤੇ ਇੱਥੇ ਵੀ ਗੁਰੂ ਪਾਤਸ਼ਾਹ ਨੇ ਖਾਲਸਾ ਜੀ ਉਹ ਇੱਕ ਬਖਸ਼ਿਸ਼ ਕੀਤੀ ਕਿ ਜਿਹੜੀਆਂ ਸੰਗਤਾਂ ਆਈਆਂ ਉਹਨਾਂ ਨੂੰ ਆਖਿਆ ਪਾਤਸ਼ਾਹ ਨੇ, ਭਾਈ ਨਾਮਦਾਨ ਇਸਨਾਨ ਇਹ ਕਾਰਜ ਜ਼ਰੂਰ ਕਰਿਆ ਕਰੋ। ਨਾਮ ਵੀ ਜਪਣਾ ਹੈ, ਯਥਾ ਸ਼ਕਤ ਦਸਵੰਦ ਵੀ ਦੇਣੀ ਹੈ ਤੇ ਇਸ਼ਨਾਨ ਵੀ ਕਰਨਾ ਹੈ। ਤੇ ਉੱਥੋਂ ਉੱਠ ਕੇ ਪਾਤਸ਼ਾਹ ਥੋੜਾ ਪਰਲੇ ਪਾਸੇ ਕਹਿ ਲਓ, ਲਗਭਗ 1.5-2 ਕਿਲੋਮੀਟਰ ਪਰੇ ਉੱਥੇ ਇਲਾਕਾ ਹੈ ਬੁੱਧਪੁਰ, ਉਹਦਾ ਪਹਿਲਾ ਨਾਮ ਸੀ। ਮਹਾਰਾਜ ਜਾ ਕੇ ਬੈਠੇ, ਕਿਸੇ ਨੇ ਸੇਵਾ ਨਹੀਂ ਕੀਤੀ ਪਾਤਸ਼ਾਹ ਦੀ। ਮਹਾਰਾਜ ਕਹਿੰਦੇ, ਭਾਈ ਸਭ ਦੀ ਬੁੱਧੀ ਮਾਰੀ ਹੋਈ ਹੈ। ਉਥੋਂ ਨਾਮ ਪੈ ਗਿਆ ਬੁੱਧਮੁਰ, ਬੁੱਧੀ ਮਾਰੀ ਹੋਈ ਹੈ ਇਹਨਾਂ ਦੀ। ਤੇ ਖਾਲਸਾ ਜੀ ਕੁਛ ਮੁਸਲਮਾਨ ਆਏ ਉਸ ਪਿੰਡ ਵਾਲੇ, ਪਤਾ ਲੱਗਿਆ ਵੀ ਪਾਤਸ਼ਾਹ ਬਚਨ ਕਹਿ ਰਹੇ ਨੇ, ਤੇ ਉਹਨਾਂ ਨੇ ਆ ਕੇ ਸੇਵਾ ਕੀਤੀ ਪਾਤਸ਼ਾਹ ਦੀ। ਮਹਾਰਾਜ ਕੋਈ ਬਖਸ਼ਿਸ਼ ਕਰੋ, ਮਿਹਰ ਭਰਿਆ ਹੱਥ ਰੱਖੋ। ਪਾਤਸ਼ਾਹ ਕਹਿੰਦੇ, ਭਾਈ ਰੱਬ ਨੂੰ ਯਾਦ ਕਰਿਆ ਕਰੋ। ਤੇ ਉਹਨਾਂ ਮੁਸਲਮਾਨਾਂ ਨੂੰ ਪਾਤਸ਼ਾਹ ਨੇ ਉੱਥੇ ਬਖਸ਼ਿਸ਼ ਕੀਤੀ, ਬੁੱਧਮੁਰ ਪਾਵਨ ਅਸਥਾਨ ਉੱਤੇ। ਇਹ ਅਸਥਾਨ ਕਿਵੇਂ ਪ੍ਰਗਟ ਹੋਇਆ? ਇੱਕ ਦਿਨ ਰਾਜਾ ਕਰਮ ਸਿੰਘ ਆਪਣੇ ਹਾਥੀ ਤੇ ਚੜ ਕੇ ਸ਼ਿਕਾਰ ਖੇਡ ਰਿਹਾ ਸੀ। ਉਹ ਸਾਰਾ ਜੰਗਲ ਸੀ ਉਦੋਂ। ਇੱਕ ਛੋਟਾ ਜਿਹਾ ਛੱਪੜ ਉੱਥੇ, ਤੇ ਕੁਦਰਤੀ ਹਾਥੀ ਸਿੱਧੇ ਰਸਤੇ ਜਾ ਰਿਹਾ, ਆਪਣੇ ਆਪ ਹੀ ਖਾਲ ਛੱਪੜ ਜਾ ਕੇ ਵੜ ਗਿਆ। ਛੱਪੜ ਬਹੁਤਾ ਡੂੰਘਾ ਨਹੀਂ ਸੀ, ਪਰ ਛੋਟਾ ਸੀ, ਵਿੱਚ ਜਾ ਕੇ ਵੜ ਗਿਆ। ਉਹ ਰਾਜਾ ਨੇ ਚਲੋ ਉਹਨੂੰ ਬਾਹਰ ਕੱਢੇਗਾ ਤਰੀਕੇ ਨਾਲ, ਪਰ ਹਾਥੀ ਬਾਹਰ ਨਾ ਆਵੇ। ਉਹ ਰਾਜਾ ਬੜਾ ਹੈਰਾਨ ਵੀ ਹਾਥੀ ਕਿਉਂ ਨਹੀਂ ਬਾਹਰ ਆ ਰਿਹਾ। ਉਹਨੇ ਕਿਸੇ ਤੋਂ ਪੁੱਛਿਆ ਵੀ ਇੱਥੇ ਕੀ ਜਗ੍ਹਾ ਹੈ, ਕੋਈ ਕਾਰਨ ਹੈ, ਕੋਈ ਕਲਾ ਵਾਪਰਦੀ ਹੈ। ਆਣ ਗਵਾਣ ਵਾਲੇ ਕਹਿਣ ਲੱਗੇ, ਜੀ ਸੁਣਿਆ ਹੈ ਵੀ ਇੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਚਰਨ ਪਾਏ। ਰਾਜਾ ਕਹਿਣ ਲੱਗਾ, ਫਿਰ ਤਾਂ ਭਲੀ ਜਗ੍ਹਾ ਹੈ। ਉਹ ਹਾਥੀ ਉੱਥੇ ਫਸਿਆ ਹੋਇਆ। ਰਾਜੇ ਨੇ ਉੱਥੇ ਪੜਾਅ ਕੀਤਾ ਤੇ ਰਾਤ ਨੂੰ ਸੁੱਤਾ। ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਸੁਪਨੇ ਵਿੱਚ ਹੀ ਰਾਜਾ ਅਰਦਾਸ ਕਰਕੇ ਸੁੱਤਾ, ਪਾਤਸ਼ਾਹ ਆਪਣੀ ਕਲਾ ਵਰਤਾ ਦੇਣਾ ਜੇ ਆਪ ਜੀ ਹਾਜ਼ਰ ਨਾਜ਼ਰ ਹੋ। ਸੁੱਤਾ ਖਾਲਸਾ ਜੀ ਸੁਪਨੇ 'ਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕਿਹਾ, ਰਾਜਾ ਜੀ ਇੱਥੇ ਜਗ੍ਹਾ ਪ੍ਰਗਟ ਕਰੋ। ਤੇ ਸਵੇਰੇ ਉੱਠ ਕੇ ਉਹਨੇ ਅਰਦਾਸ ਕੀਤੀ। ਕਹਿੰਦਾ ਵੀ ਅਰਦਾਸ ਕਰੀਏ, ਜੇ ਪਾਤਸ਼ਾਹ ਮੇਰਾ ਹਾਥੀ ਆਪਣੇ ਆਪ ਕੱਢ ਦੇਣਗੇ ਤਾਂ ਇੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਆਏ ਤੇ ਸਥਾਨ ਦੀ ਸੇਵਾ ਦਾਸ ਕਰਾਵੇਗਾ। ਜੇ ਨਹੀਂ ਆਏ ਤਾਂ ਹਾਥੀ ਫਿਰ ਕਿਸੇ ਹੋਰ ਤਰੀਕੇ ਨਾਲ ਨਿਕਲ ਜਾਏਗਾ ਜਾਂ ਨਹੀਂ ਨਿਕਲੇਗਾ। ਅਜੇ ਅਰਦਾਸ ਕਰਕੇ ਬਾਹਰ ਹੀ ਆਏ ਕਿ ਹਾਥੀ ਆਪਣੇ ਆਪ ਬਾਹਰ ਆ ਗਿਆ। ਰਾਜਾ ਸੋਚਣ ਲੱਗਾ, ਵਾਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ, ਜਿੱਥੇ ਤੁਹਾਨੂੰ ਯਾਦ ਕਰੀਏ ਤੇਗ ਬਹਾਦਰ ਸਿਮਰਿਆ, ਘਰ ਨੌ ਨਿਤ ਆਵੈ ਧਾਏ, ਸਭ ਥਾਈ ਹੋਏ ਸਹਾਏ। ਤੁਸੀਂ ਹਾਜ਼ਰ ਨਾਜ਼ਰ ਹੋ ਪਾਤਸ਼ਾਹ। ਰਾਜੇ ਨੇ ਫਿਰ ਉਹ ਖਾਲਸਾ ਜੀ ਅਸਥਾਨ ਦੀ ਸੇਵਾ ਕਰਾਈ, ਬੁੱਧਮੁਰ। ਅੱਜ ਕੱਲ ਉੱਥੇ ਖਾਲਸਾ ਜੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਜਿਹੜੇ ਕਾਰ ਸੇਵਾ ਵਾਲੇ ਮਹਾਂਪੁਰਸ਼
ਬਾਬਾ ਨਰਿੰਦਰ ਸਿੰਘ ਜੀ, ਬਾਬਾ ਬਲਵਿੰਦਰ ਸਿੰਘ ਜੀ, ਉਹਨਾਂ ਵੱਲੋਂ ਸੇਵਾ ਚੱਲ ਰਹੀ ਹੈ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਸਾਰੇ ਪਿੰਡਾਂ ਚੋਂ ਚਰਨ ਪਾਉਂਦੇ ਹੋਏ ਅੱਜ ਰਾਤ ਦਾ ਪੜਾਅ ਮੱਘਰ ਸਾਹਿਬ ਹੈ, ਜਿਹਨੂੰ ਮੱਕਰ ਸਾਹਿਬ ਵੀ ਕਹਿੰਦੇ ਹਨ, ਈਸਰਹੇੜੀ ਦੇ ਕੋਲ। ਇਹ ਖਾਲਸਾ ਜਦੋਂ ਜਾਓ ਨਾ, ਮੇਨ ਭੇਵਾ ਰੋਡ ਤੇ ਦੁੱਧਣ ਸਾਧਾ ਤੋਂ ਅੰਦਰ ਮੁੜਦਾ ਹੈ, ਖੱਬੇ ਹੱਥ 9 ਕਿਲੋਮੀਟਰ ਇੱਥੋਂ। ਉਹਨੂੰ ਮੱਕਰ ਸਾਹਿਬ ਈਸਰਹੇੜੀ ਦੇ ਨਾਲ ਇਹ 5 ਪਿੰਡਾਂ ਦੀ ਖਾਲਸਾ ਜ਼ਮੀਨ ਹੈ, ਤੇ ਉੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਚਰਨ ਪਾਏ। ਰਹੋ ਵਿਚਾਰ ਕਿ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜਿੱਥੇ ਜਾਏ ਬਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਥਾਨ ਸੋਭਨੀਕ ਹੈ। ਤੇ ਗੁਰੂ ਮਹਾਰਾਜ ਜਿੱਥੇ ਚਰਨ ਪਾਉਂਦੇ ਗਏ, ਆਪਣੇ ਭਗਤਾਂ ਨੂੰ, ਪਿਆਰਿਆਂ ਨੂੰ ਨਾਮ ਬਾਣੀ ਨਾਲ ਜੋੜਦੇ ਗਏ। ਜਿਨ੍ਹਾਂ ਜਿਹਨਾਂ ਨੂੰ ਜੋੜਿਆ ਨਾਮ ਬਾਣੀ ਨਾਲ, ਉਹਨਾਂ ਤੋਂ ਮਹਾਰਾਜ ਨੇ ਐਸੀ ਅਵਸਥਾ ਪੈਦਾ ਕੀਤੀ ਕਿ ਉਹ ਮਾਇਆ ਵਿੱਚ ਨਿਰਲੇਪ ਹੋ ਗਏ। ਉਹ ਕੈਸੇ ਕੈਸੇ ਸੰਤ ਮਹਾਤਮਾ ਮਾਇਆ ਵਿੱਚ ਨਿਰਲੇਪ ਹੋਏ। ਅੱਜ ਉਹਨਾਂ ਦੀ ਅਵਸਥਾ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਮੁਖ ਵਾਕ ਰਾਹੀਂ ਫਰਮਾਨ ਕਰਦੇ ਹਨ। ਆਓ ਸਾਰੇ ਗੁਰੂ ਕੇ ਪਿਆਰੇ ਆਪਣੇ ਸੁਰਤੀ ਬਿਰਤੀ ਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨ ਹੈ। ਦਇਆ, ਇਹ ਸ਼ਬਦ ਸੁਣਦੇ ਸਾਰ ਕੀ ਆਉਂਦਾ ਹੈ? ਅਸੀਂ ਕੁਝ ਵੀ ਨਹੀਂ। ਨਿਮਰਤਾ ਭਾਵਨਾ ਕਿ ਪਾਤਸ਼ਾਹ ਜੀ ਸਭਨਾਂ ਉੱਤੇ ਤੁਹਾਡੀ ਦਇਆ ਹੈ, ਕਿਸੇ ਥੋੜੀ, ਕਿਸੇ ਹੈ ਕਨੇਰੀ। ਪਰ ਪਾਤਸ਼ਾਹ ਸਾਡੇ ਹਿਰਦੇ 'ਚ ਕਿਤਨੇ ਪਾਪ ਹਨ। ਪਾਪਾਂ ਨੂੰ ਦੂਰ ਕਰਨੀ ਵੀ ਤੁਹਾਡੀ ਦਇਆ ਹੈ। ਸਾਧ ਸੰਗਤ ਵਿੱਚ ਲਿਆ ਕੇ ਨਾਮ ਜਪਾਣਾ ਵੀ ਤੁਹਾਡੀ ਦਇਆ ਹੈ। ਜੇ ਕਹਿ ਲੋ ਕੋਈ ਵੀ ਕਾਰਜ ਕਰਾਣਾ ਦੁਨੀਆ ਦਾ ਰੱਬ ਦੀ ਦਇਆ ਹੈ। ਜੇ ਰੱਬ ਨਾ ਚਾਹਵੇ ਤਾਂ 1 ਮਿੰਟ 'ਚ ਖਤਮ ਕਰ ਦਵੇ, ਉਹਦੀ ਮਰਜ਼ੀ ਹੈ। ਵੱਡੇ ਵੱਡੇ ਕਾਰਜ, ਸਿਮਰਨ ਭਜਨ ਕਰਾਣਾ, ਸਾਧ ਸੰਗਤ ਕਰਾਣੀ, ਉਹਦੀ ਦਇਆ ਹੈ ਬਸ। ਦਇਆ ਕਰਨੰ, ਜਦੋਂ ਵਾਹਿਗੁਰੂ ਦਇਆ ਕਰਦਾ ਹੈ, ਦੁੱਖ ਹਰਨੰ, ਦੁੱਖ ਦੂਰ ਕਰ ਦਿੰਦਾ ਹੈ ਖਾਲਸਾ ਜੀ। ਤਾਂ ਉਹ ਗੁਰੂ ਕੇ ਪਿਆਰੇ ਉਚਰਣੰ ਨਾਮ ਕੀਰਤਨ ਹੈ। ਫਿਰ ਉਚਾਰਨ ਕਰਦੇ ਵਾਹਿਗੁਰੂ ਵਾਹਿਗੁਰੂ। ਇਹ ਦਇਆ ਨਾਲ ਆਉਂਦੇ। ਦਇਆ ਨਾ ਹੋਵੇ ਨਾਲ ਹੀ ਫੋਨ ਵੱਜ ਜਾਂਦਾ ਹੈ। ਦਇਆ ਨਾ ਹੋਵੇ ਨਾ ਤੇ ਫੋਨ ਤੰਗ ਕਰਦੇ। ਦਇਆ ਹੈ ਤਾਂ ਭਾਈ ਸਿਮਰਨ ਭਜਨ ਹੁੰਦਾ ਹੈ। ਪਾਤਸ਼ਾਹ ਅੱਗੇ ਅਰਦਾਸ ਕਰੀਏ, ਮਹਾਰਾਜ ਬਚਾ ਕੇ ਰੱਖਣਾ। ਕਦੋਂ ਪਾਤਸ਼ਾਹ ਤੁਸੀਂ ਭੁਲੇਖੇ ਪਾ ਲਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰੱਬ ਦੇ ਮਾਰਗ ਵੱਲ ਚਲਦਿਆਂ ਬਹੁਤ ਐਸੀਆਂ ਔਖੀਆਂ ਘਾਟੀਆਂ ਹੁੰਦੀਆਂ, ਜਿਹੜੀਆਂ ਘਾਟੀਆਂ ਡੁਲਾਉਣ ਵਾਲੀਆਂ ਹਨ। ਬੰਦਾ ਜਪਦਾ ਹੈ, ਕਹਿੰਦਾ ਵਾਹ ਕੁਝ ਬਣ ਰਿਹਾ। ਥੋੜੇ ਸਮੇਂ ਬਾਅਦ ਰੱਬ ਪਲਟਾ ਮਾਰ ਦਿੰਦਾ ਹੈ। ਪਲਟਾ ਮਾਰਨਾ ਆਪਣੀ ਮਾਇਆ ਵਿਖਾ ਦਿੰਦਾ ਹੈ। ਬੰਦਾ ਭਟਕ ਜਾਂਦਾ ਹੈ। ਫਿਰ ਅਰਦਾਸ ਕਰਦਾ ਹੈ, ਮਹਾਰਾਜ ਅੱਗੇ ਤੋਰ ਲਓ, ਮੇਰੇ ਕੋਲ ਕੁਝ ਨਹੀਂ ਹੋਣਾ। ਫਿਰ ਮਹਾਰਾਜ ਥੋੜਾ ਹੋਰ ਅੱਗੇ, ਥੋੜਾ ਥੋੜਾ ਅੱਗੇ ਲੈ ਕੇ ਜਾਂਦੇ, ਇੱਕਦਮ ਨਹੀਂ। ਇਹ ਇਤਨਾ ਡਾਢਾ ਔਖਾ ਮਾਰਗ ਹੈ ਸਾਧਨਾ ਦਾ।
ਬਸ ਹਰ ਵੇਲੇ ਹੱਥ ਜੋੜੇ ਰਹਿਣ ਤੇ ਬੰਦਾ ਤੁਰ ਸਕਦਾ ਅੱਗੇ, ਨਹੀਂ ਤਾਂ ਹੱਥ ਜੇ ਖੁੱਲ ਗਏ ਤਾਂ ਖਤਮ। ਹੱਥ ਖੁੱਲ ਗਏ ਭਾਵ ਜੇ ਸੁਰਤੀ ਟੁੱਟ ਗਈ ਤਾਂ ਖਤਮ। ਬਿਰਤੀ ਜੁੜੀ ਹੋਈ ਹੈ, ਭਾਵਨਾ ਵਿੱਚ ਹੈ, ਸ਼ਰਧਾ ਵਿੱਚ ਹੈ, ਬੰਦਾ ਤੁਰਿਆ ਜਾਂਦਾ ਹੈ। ਰੱਬ ਜੀ ਤੁਹਾਡੀ ਮਿਹਰ ਹੈ, ਤੁਸੀਂ ਐਸੀ ਔਖੀਆਂ ਘਾਟੀਆਂ ਚੋਂ ਲਗਾਉਂਦੇ ਹੋ, ਸਾਨੂੰ ਪਤਾ ਵੀ ਨਹੀਂ ਮਹਾਰਾਜ। ਕਈ ਸਿੱਖਾਂ ਨੂੰ ਪਤਾ ਵੀ ਨਹੀਂ ਹੁੰਦਾ ਰੱਬ ਕਿੱਥੋਂ ਕਿੱਥੋਂ ਲਗਾ ਦਿੰਦਾ ਹੈ। ਖਾਲਸਾ ਜੀ ਕਿਤਨੀਆਂ ਔਖੀਆਂ ਘਾਟੀਆਂ, ਮਨ ਵਿੱਚ ਕਿਤਨੇ ਉਪਦਰਵ ਆਉਂਦੇ ਹਨ, ਕਿਤਨੇ ਜੀਵਨ ਵਿੱਚ ਕਹਿ ਲੋ ਭੈੜੀਆਂ ਭਾਵਨਾ ਆਉਂਦੀਆਂ, ਅਨੇਕ ਕਸ਼ਟ ਆਉਂਦੇ। ਉਹਨਾਂ ਸਾਰੇ ਕਸ਼ਟਾਂ ਤੋਂ ਲੰਘਾਉਣ ਵਾਲਾ ਕੌਣ ਹੈ? ਦਇਆ ਕਰਨੰ ਵਾਹਿਗੁਰੂ ਹੈ। ਦੁੱਖ ਹਰਨੰ, ਦੁੱਖ ਦੂਰ ਕਰਨ ਵਾਲਾ ਵਾਹਿਗੁਰੂ ਹੈ। ਜੇ ਕੋਈ ਪਿਆਰਾ ਉਚਰਨੰ ਨਾਮ ਕੀਰਤਨੈ, ਵਾਹਿਗੁਰੂ ਪਾਤਸ਼ਾਹ ਦਾ ਸ਼ਬਦ ਜਾਪ ਕਰੇ, ਉਹਦੀ ਕੀਰਤੀ ਕਰੇ, ਉਹਦੀ ਵਡਿਆਈ ਕਰੇ, ਤੇ ਭਾਈ ਇਹ ਵੀ ਉਹਦੀ ਦਇਆ ਹੈ। ਦਇਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨਾ ਮਾਇਆ। ਐ ਦਿਆਲੂ ਵਾਹਿਗੁਰੂ, ਤੁਸੀਂ ਪੁਰਖ ਸਾਰੀ ਥਾਵਾਂ ਤੇ ਵਿਆਪਕ ਹੋ, ਪੂਰੇ ਹੋਏ ਹੋ। ਭਗਵਾਨ ਹੈ, ਸਾਰੇ ਜਗਤ ਦੇ ਮਾਲਕ ਹੋ ਪਾਤਸ਼ਾਹ, ਸਾਰੇ ਭਗਾ ਦੇ ਵਾਨ ਹੋ। ਭਗਵਾਨ ਦਾ ਅਰਥ ਇਹੀ ਹੈ ਨਾ, ਭਗਾ ਦੇ ਵਾਨ। ਇਹਦੇ ਚ ਕਿਹੜਾ ਖਾਲਸਾ ਜੀ ਕੋਈ ਸ਼ਰਮ ਹਿਆ ਹੈ? ਇਹ ਤਾਂ ਸਪਸ਼ਟ ਹੈ ਨਾ। ਉਹ ਵਾਹਿਗੁਰੂ ਹੈ, ਸਭ ਨੂੰ ਪਾਲਣ ਵਾਲਾ ਹੈ, ਸਭ ਨੂੰ ਪੈਦਾ ਉਹਨੇ ਕੀਤਾ ਨਾ। ਐਸਾ ਵਾਹਿਗੁਰੂ ਹੈ, ਦਇਆਲ ਪੁਰਖ ਭਗਵਾਨ ਹੈ, ਜਿਹੜਾ ਵਾਹਿਗੁਰੂ ਦਇਆ ਦਾ ਘਰ ਹੈ। ਜੇ ਉਹਦੀ ਦਇਆ ਜਿਨ੍ਹਾਂ ਉੱਤੇ ਹੋ ਜਾਵੇ, ਨਾਨਕ ਲਿਪਤ ਨ ਮਾਇਆ। ਉਹ ਮਾਇਆ ਵਿੱਚ ਲਿਪਾਏ ਮਾਨ ਨਹੀਂ ਹੁੰਦੇ। ਲਿਪਾਏ ਮਾਨ ਕਿ ਮਾਇਆ ਵਿੱਚ ਗਲਤਾਨ, ਉਹਨਾਂ ਦੀ ਸੁਰਤੀ ਨਿਰਲੇਪ ਰਹਿੰਦੀ। ਖਾਲਸਾ ਜੀ ਸਾਡੀ ਸੁਰਤੀ ਨੂੰ ਚਿਮੜੀ ਹੋਈ ਹੈ ਮਾਇਆ, ਅਹੰਕਾਰ, ਬੁਰੇ ਖਿਆਲ, ਭਰਮ, ਇਹ ਮਾਇਆ ਰੂਪ ਹੈ। ਅਵਿਦਿਆ ਮਾਇਆ ਰੂਪ ਹੈ। ਕੀ ਹੈ ਵਿਦਿਆ? ਭੂਲ ਗਇਓ ਅਗਿਆਨ ਤੇ ਆਪਨ ਆਤਮ ਰੂਪ। ਭੂਲ ਗਇਓ ਅਗਿਆਨ ਤੇ ਆਪਨ ਆਤਮ ਰੂਪ। ਅਗਿਆਨ ਕਰਕੇ ਬੰਦਾ ਆਪਣਾ ਆਤਮ ਸਰੂਪ ਭੁੱਲ ਗਿਆ। ਜੇ ਭੁੱਲ ਗਿਆ ਤੇ ਮੰਨ ਲਓ ਅਗਿਆਨੀ ਹੈ। ਜੇ ਗੁਰੂ ਦੀ ਬਖਸ਼ਿਸ਼ ਹੈ, ਚੇਤੇ ਰੱਖਦਾ ਹੈ, ਵਾਹਿਗੁਰੂ ਵਾਹਿਗੁਰੂ ਸਾਧਕ ਪੁਰਸ਼ ਅੰਦਰ ਜਾ ਕੇ ਅਗਿਆਨ ਦਾ ਪਰਦਾ ਪਾੜਦਾ ਹੈ ਗੁਰੂ ਦੀ ਕਿਰਪਾ ਨਾਲ। ਜਦੋਂ ਅਗਿਆਨ ਦਾ ਪਰਦਾ ਹੈ ਬਹੁਤ ਬਰੀਕ, ਪਰ ਇਹਨੂੰ ਤੋੜਨਾ, ਕੱਟਣਾ, ਪਾੜਨਾ ਗੁਰੂ ਦੀ ਬਖਸ਼ਿਸ਼ ਹੈ। ਦਇਆਲ ਪੁਰਖ ਭਗਵਾਨ ਹੈ। ਜੇ ਵਾਹਿਗੁਰੂ ਆਪ ਦਇਆ ਕਰਦਾ ਹੈ ਤਾਂ ਅਗਿਆਨ ਦਾ ਪਰਦਾ ਖਤਮ ਕਰ ਦਿੰਦਾ ਹੈ, ਮਾਇਆ ਤੋਂ ਨਿਰਲੇਪ ਕਰ ਲੈਂਦਾ ਹੈ। ਤੇ ਜਿਹੜਾ ਮਾਇਆ ਤੋਂ ਨਿਰਲੇਪ ਹੋ ਗਿਆ, ਨਾਨਕ ਲਿਪਤ ਨ ਮਾਇਆ, ਉਹਨੂੰ ਮਾਇਆ ਲਿਪਾਏ ਮਾਨ ਨਹੀਂ ਕਰਦੀ। ਪਾਹੇ ਬਲੰਦੜੀ ਬੁੱਝ ਗਈ, ਰਖੰਦੜੋ ਪ੍ਰਭ ਆਪ। ਜਿਹੜੀ ਅੰਦਰ ਅੱਗ ਬਲ ਰਹੀ ਹੈ, ਪਾਹੇ ਅੱਗ, ਕਿਹੜੀ ਅੱਗ ਹੈ ਜੀ? ਸਾਡੇ ਅੰਦਰ ਤਾਂ ਕੋਈ ਅੱਗ ਹੈ ਨਹੀਂ। ਇਹ ਤਾਂ ਟੈਂਪਰੇਚਰ ਜਿਤਨਾ ਹੈ 98%, ਇਹ ਤਾਂ ਖਾਲਸਾ ਜੀ ਹੈ ਹੀ ਹੈ ਨਾ। ਇਹ ਤਾਂ ਸਾਡੀ ਕਹਿ ਲੋ ਪਾਚਨ ਸ਼ਕਤੀ ਨੂੰ ਪਚਾਉਂਦਾ ਹੈ, ਇੱਕ ਨੋਰਮਲ ਰੱਖਦਾ ਹੈ। ਜੇ ਵੱਧ ਜਾਵੇ ਤਾਂ ਬੁਖਾਰ,
ਘਟ ਜਾਵੇ ਤਾਂ ਪਿੰਡਾ ਖਤਮ, ਕਹਿੰਦੇ ਵੀ ਖਤਮ, ਠੰਡਾ ਹੋ ਰਿਹਾ, ਕੰਮ ਖਤਮ ਹੈ ਇਹਦਾ। ਨੋਰਮਲ ਰੱਖਣ ਵਾਲਾ ਵਾਹਿਗੁਰੂ ਹੈ। ਇਹ ਤਾਂ ਸਰੀਰ ਦੀ ਕਿਰਿਆ, ਪ੍ਰਾਣਾ ਦੀ ਕਿਰਿਆ ਹੈ। ਇੱਕ ਖਾਲਸਾ ਜੀ ਮਨ ਦੀ ਕਿਰਿਆ ਹੈ। ਵੱਖ ਵੱਖ ਕਿਰਿਆ ਹੁੰਦੀਆਂ, ਕੋਈ ਸਰੀਰ ਦੀ ਹੱਡ ਭੱਜ ਟੁੱਟ ਜਾਣਾ, ਕੋਈ ਦਰਦ ਹੋ ਜਾਣਾ। ਬੁਖਾਰ ਜਦੋਂ ਹੁੰਦਾ ਹੈ ਨਾ, ਪਹਿਲਾਂ ਪਿੰਡਾ ਦਰਦ ਹੁੰਦਾ ਹੈ, ਤੇ ਜਦੋਂ ਖਾਲਸਾ ਜੀ ਮਨ ਬੇਈਮਾਨ ਹੁੰਦਾ ਹੈ, ਮਨ ਦਾ ਬੁਖਾਰ ਹੁੰਦਾ ਤੇ ਮਨ ਭਟਕਦਾ ਹੈ। ਉਹ ਮਨ ਭਟਕਣਾ ਪਾਤਸ਼ਾਹ ਕਹਿੰਦੇ ਅੰਦਰ ਅੱਗ ਬਲਦੀ ਹੈ। ਫਿਰ ਵਿਸ਼ੇ ਵਿਕਾਰ ਅੱਗ ਭਟਕੇਗਾ ਤੇ ਅੱਗ ਹੀ ਹੈ। ਜੇ ਟਿਕਿਆ ਹੋਇਆ ਤਾਂ ਅੱਗ ਸ਼ਾਂਤ ਹੈ। ਪਾਤਸ਼ਾਹ ਜੀ ਅੰਦਰ ਕੈਸੀ ਅੱਗ ਬਲ ਰਹੀ ਹੈ? ਭਾਹੇ ਬਲੰਦੜੀ, ਵਿਸ਼ੇ ਵਿਕਾਰਾਂ ਦੀ ਅੱਗ, ਖਿਆਲਾਂ ਦੀ ਅੱਗ, ਹਉਮੈ ਦੀ ਅੱਗ, ਅਗਿਆਨਤਾ ਦੀ ਅੱਗ ਅੰਦਰ ਹੈ। ਇਹ ਤੁਸੀਂ ਬੁਝਾਉਣ ਵਾਲੇ ਹੋ। ਬੁਝ ਗਈ, ਤੁਸੀਂ ਬੁਝਾ ਦਿੱਤੀ ਪਾਤਸ਼ਾਹ। ਰਖੰਦੜੋ ਪ੍ਰਭ ਆਪ, ਆਪੇ ਰੱਖਣ ਵਾਲੇ ਹੋ ਵਾਹਿਗੁਰੂ ਜੀ, ਕੋਈ ਹੋਰ ਬਚਾਉਣ ਵਾਲਾ ਨਹੀਂ। ਚਲੋ ਬਾਹਰਲੀ ਅੱਗ ਲਈ ਦਵਾਈ ਬਣੀ ਹੈ, ਬਾਹਰਲੀ ਅੱਗ ਬੁਝਾਉਣ ਲਈ ਪਾਣੀ ਪਾ ਦੋਗੇ। ਅੰਦਰਲੀ ਅੱਗ ਬੁਝਾਉਣ ਲਈ ਜੇ ਕਹਿ ਲਓ ਸਰੀਰ ਦਾ ਟੈਂਪਰੇਚਰ ਹੈ, ਕੋਈ ਦਵਾਈ ਖਾ ਲੋਗੇ। ਮਨ ਦੀ ਅੱਗ ਕਿਵੇਂ ਬੁਝਾਓਗੇ? ਬਾਹਰਲੀ ਅੱਗ ਬਲਦੀ ਹੈ। ਅੱਗ ਵੀ ਕਈ ਤਰ੍ਹਾਂ ਦੀ ਹੈ। ਦਾਵਾ ਅਗਨ ਜਿਹੜੀ ਜੰਗਲ ਵਿੱਚ ਲੱਗਦੀ ਹੈ, ਬੜਵਾ ਅਗਨ, ਅਨੇਕ ਤਰ੍ਹਾਂ ਦੀ ਅਗਨੀ ਹੈ। ਤੇ ਭਾਈ ਤ੍ਰਿਸ਼ਨਾ ਦੀ ਅਗਨੀ ਕਿਵੇਂ ਬੁਝਾਓਗੇ? ਵਾਹਿਗੁਰੂ 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 ਵਾਹਿਗੁਰੂ। ਇਹ ਜਿਹੜਾ ਨਾਮ ਦਾ ਮੀਂਹ ਹੈ, ਜਦੋਂ ਤਰੀਕੇ ਨਾਲ ਹਿਰਦੇ ਤੇ ਪੈ ਜਾਵੇ ਤਾਂ ਭਾਹੇ ਬਲੰਦੜੀ ਬੁਝ ਗਈ, ਸ਼ਾਂਤ ਹੋ ਗਈ। ਰਖੰਦੜੋ ਪ੍ਰਭ ਆਪ, ਤੇ ਰੱਖਣ ਵਾਲਾ ਵਾਹਿਗੁਰੂ ਆਪ ਹੈ। ਇਸ ਮਾਇਆ ਦੀ ਅੱਗ ਤੋਂ ਬਚਾਉਣ ਵਾਲਾ ਉਹ ਪ੍ਰਮਾਤਮਾ ਆਪ ਹੈ। ਜਿਨ ਉਪਾਈ ਮੇਦਨੀ, ਨਾਨਕ ਸੋ ਪ੍ਰਭ ਜਾਪ। ਮੇਰੇ ਮਨਾ, ਮਾਇਆ ਵੀ ਕਿੰਨੇ ਪੈਦਾ ਕੀਤੀ? ਉਹਨੇ ਪੈਦਾ ਕੀਤੀ ਹੈ ਨਾ। ਜਿੰਨੇ ਪੈਦਾ ਕੀਤੀ ਤੂੰ ਜਾਪ ਉਹਦਾ ਕਰ, ਮਾਇਆ ਦਾ ਜਾਪ ਨਾ ਕਰ। ਅਸੀਂ ਉਲਟੇ ਕਰਦੇ ਹਾਂ, ਅਸੀਂ ਜਾਪ ਕਰਦੇ ਹਾਂ ਉਲਟਾ। ਹੁਣ ਧਿਆਨ ਰੱਖਣਾ, ਅੱਜ ਕੱਲ ਜਪ ਤਪ ਸਮਾਗਮ ਬੜੇ ਹੋ ਰਹੇ ਹੁੰਦੇ ਨਾ। ਕੋਈ ਅਸੀਂ ਪਾਠ ਕਰਦੇ ਹਾਂ, ਚਲੋ ਆਪਣੀ ਗੱਲ ਹੋ ਸਾਰੇ, ਕੋਈ ਪਾਠ ਕਰੀਏ, ਸਾਡਾ ਧਿਆਨ ਹੈ ਫਲਾਣਾ ਦੁੱਖ ਦੂਰ ਹੋ ਜਾਵੇ। ਪਾਠ ਕਰਦੇ ਵੀ ਧਿਆਨ ਦੁੱਖ ਵਿੱਚ ਹੈ, ਜੋ ਪਾਤਸ਼ਾਹ ਕਹਿੰਦੇ ਉਹਦੇ ਵਿੱਚ ਨਹੀਂ ਹੈ। ਇਹੀ ਹੁੰਦਾ ਜੀ। ਧਿਆਨ ਤਾਂ ਮਾਇਆ ਵਿੱਚ ਅਜੇ ਵੀ, ਦੁੱਖ ਮਾਇਆ ਰੂਪ ਹੈ। ਫਿਰ ਖਾਲਸਾ ਜੀ ਪਾਤਸ਼ਾਹ ਨੇ ਜਿਹਨੇ ਪੈਦਾ ਕੀਤੀ ਉਹਨੂੰ ਫੜੀਏ। ਤੁਸੀਂ ਕਿਰਪਾ ਕਰੋ ਮਹਾਰਾਜ, ਆਪੇ ਦੂਰ ਕਰ ਦੋਗੇ। ਸਾਡਾ ਧਿਆਨ ਮਾਇਆ ਵੱਲ, ਰੱਬ ਦੇ ਪਾਠ ਕਰਦੇ ਹੋਈਏ ਧਿਆਨ ਮਾਇਆ ਵੱਲ। ਇਹ ਬਾਬੂ ਜੀ ਮਾਇਆ ਦੇ ਦੇਣਾ, ਪਾਤਸ਼ਾਹ ਤੇ ਮਾਇਆ ਦੇ ਦਾਤੇ ਹਨ, ਉਹਨੇ ਮਾਇਆ ਦੇ ਦੇਣੀ ਹੈ। ਤੂੰ ਧਿਆਨ ਪਾਠ ਵੱਲ ਰੱਖ। ਸਾਡਾ ਧਿਆਨ ਉਲਟਾ ਹੈ। ਜੋ ਵੀ ਧਰਮ ਦਾ ਕੰਮ, ਭਾਵੇਂ ਸਾਰੇ ਕੰਮ ਅਸੀਂ ਪੈਸੇ ਲਈ ਕਰ ਰਹੇ ਹਾਂ, ਸੁੱਖਾਂ ਲਈ ਕਰ ਰਹੇ ਹਾਂ, ਇਹੀ ਕਰ ਰਹੇ ਸਾਰੇ। 99% ਸਾਡੇ ਜਪ ਤਪ, ਗੁਰਦੁਆਰੇ, ਭਜਨ ਜਿਤਨੇ ਹਨ, ਇਹ ਸਭ ਕੁਛ ਆਪਣੀ ਪਬਲਿਸਿਟੀ ਲਈ, ਹਉਮੈ ਲਈ, ਮਾਇਆ ਲਈ ਇਹੀ ਹੈ। 99% ਕੁਛ ਵਿਰਲੇ ਬੰਦੇ ਹਨ ਜਿਹੜੇ ਜੁੜੇ ਹੋਏ, ਬਾਕੀ ਤਾਂ ਐਵੇਂ ਬੱਧਾ ਛੱਟੀ। ਪਾਤਸ਼ਾਹ ਕਹਿੰਦੇ ਸਭ ਕੁਝ ਮਿਲੇਗਾ, ਪਰ ਜਿਨ ਉਪਾਈ ਮੇਦਨੀ, ਜਿਨੇ ਧਰਤੀ ਪੈਦਾ ਕੀਤੀ। ਧਰਤੀ ਮਾਇਆ ਰੂਪੀ ਹੈ, ਹੋਰ ਕੀ ਹੈ?
ਜਿਸ ਨੇ ਮਾਇਆ ਰੂਪ ਧਰਤੀ ਪੈਦਾ ਕੀਤੀ, ਨਾਨਕ ਸੋ ਪ੍ਰਭ ਜਾਪ, ਮਨਾ ਉਹਨੂੰ ਜਾਪ। ਸੋ ਧਰਤੀ ਨੂੰ ਨਹੀਂ, ਮਾਇਆ ਨੂੰ ਨਹੀਂ, ਉਹਨੂੰ ਵਾਹਿਗੁਰੂ ਨੂੰ ਜਾਪ। ਉਹਦਾ ਭਜਨ ਕਰ, ਉਹ ਆਪੇ ਤੈਨੂੰ ਸ਼ਾਂਤ ਕਰ ਦੇਵੇਗਾ, ਮਾਲੋ ਮਾਲ ਕਰ ਦੇਵੇਗਾ, ਇਤਨੀ ਬਖਸ਼ਾ ਕਰੇਗਾ ਕਿ ਨਿਹਾਲ ਹੋ ਜਾਵੇਗਾ। ਜਦੋਂ ਪਾਤਸ਼ਾਹ ਖਾਲਸਾ ਜੀ ਚੀਕੇ ਪਿੰਡ ਗਏ ਨਾ, ਕੱਲ ਚੀਕੇ ਤੋਂ ਵੀ ਨਗਰ ਕੀਰਤਨ ਆਇਆ ਸੀ। ਇਹ ਚੀਕੇ ਪਿੰਡ ਦੇ ਰਹਿਣ ਵਾਲਾ ਇਹ ਖਾਲਸਾ ਜੀ ਭਾਈ ਗਲੋਰਾ ਸੀ। ਗਲੋਰਾ ਕਹਿੰਦੇ, ਬੱਚਾ ਸੀ ਛੋਟਾ ਜਿਹਾ। ਗੁਰੂ ਪਾਤਸ਼ਾਹ ਦੇ ਕੋਲ ਇਹਨੇ ਆ ਕੇ ਸੇਵਾ ਕੀਤੀ, ਭਾਈ ਗਲੋਰੇ ਨੇ। ਜਦੋਂ ਮਹਾਰਾਜ ਮਾਲਵੇ ਦੇ ਵੱਲ ਉਦਾਸੀਆਂ ਗਏ ਨਾ, ਇੱਧਰ ਬਠਿੰਡਾ ਮੋੜ ਇਸ ਪਾਸੇ ਵੱਲ, ਤੇ ਕੁਦਰਤੀ ਗਲੋਰੇ ਦਾ ਕੋਈ ਰਿਸ਼ਤੇਦਾਰ, ਵੱਡਾ ਭਰਾ ਲੱਗਦਾ ਸੀ ਰਿਸ਼ਤੇਦਾਰੀ ਵਿੱਚ, ਸ਼ਰੀਕੇਚਾਰੀ, ਉਹ ਲੰਘ ਰਿਹਾ ਤੇ ਇਹਨੂੰ ਮਿਲ ਪਿਆ। ਇਹ ਵੀ ਥੋੜਾ ਵੱਡਾ, ਵਿਆਹ ਦੇ ਲਾਇਕ ਹੋ ਗਿਆ ਸੀ ਹੁਣ। ਤੇ ਪਾਤਸ਼ਾਹ ਦੂਰੋਂ ਦੇਖ ਰਹੇ ਸਨ, ਇਹਨੂੰ ਮਿਲਿਆ, ਚੰਗੀ ਤਰ੍ਹਾਂ ਗੱਲਾਂ ਬਾਤਾਂ ਕੀਤੀਆਂ ਘਰ ਬਾਹਰ ਦੀਆਂ। ਦੂਰ ਜਾਣ ਲਗਾ, ਪਾਤਸ਼ਾਹ ਨੇ ਆਵਾਜ਼ ਮਾਰੀ, ਗਲੋਰੀਆ ਕੌਣ ਹੈ? ਕਹਿਣ ਲੱਗਾ, ਜੀ ਮੇਰਾ ਭਰਾ ਲੱਗਦਾ ਰਿਸ਼ਤੇਦਾਰੀ ਵਿੱਚ। ਪਾਤਸ਼ਾਹ ਕਹਿੰਦੇ, ਬੁਲਾ ਕੇ ਤਾਂ ਲਿਆ, ਸਾਨੂੰ ਤਾਂ ਮਿਲਾ ਇਹਨੂੰ, ਕੌਣ ਹੈ? ਦੌੜ ਕੇ ਗਿਆ, ਚੱਲ ਭਾਈ ਭਰਾਵਾ, ਤੈਨੂੰ ਮਹਾਰਾਜ ਜੀ ਯਾਦ ਕਰਦੇ। ਉਹ ਪਾਤਸ਼ਾਹ ਕੋਲ ਆਇਆ, ਲੰਗਰ ਪਾਣੀ ਛਕਾਇਆ, ਮਹਾਰਾਜ ਲੰਗਰ ਪਾਣੀ ਛਕੋ ਪਹਿਲਾਂ, ਦਰਸ਼ਨ ਪਰਸ਼ਨ ਕੀਤੇ। ਪਾਤਸ਼ਾਹ ਕਹਿੰਦੇ, ਇਹਦਾ ਵਿਆਹ ਕਰ ਦਈਏ? ਕਹਿੰਦਾ, ਮਹਾਰਾਜ ਭਲਾ ਹੋਵੇਗਾ। ਪਾਤਸ਼ਾਹ ਕਹਿੰਦੇ, ਇਸ ਤਰ੍ਹਾਂ ਕਰ, ਫਿਰ ਇਹ ਪਕੜ ਮਾਇਆ ਖੁੱਲੀ, ਖੁੱਲਾ ਵਿਆਹ ਕਰੇ ਦਾ, ਘਰ ਵਧੀਆ ਪਾ ਦੇ ਇਹਨੂੰ। ਤੇ ਗਲੋਰੇ ਦਾ ਘਰ ਪਾਤਾ ਖਾਲਸਾ ਜੀ। ਇਹ ਚੀਕੇ ਆ ਕੇ ਰਹਿੰਦਾ ਸੀ ਇੱਥੇ, ਤੇ ਪਾਤਸ਼ਾਹ ਨੇ ਇਹਨੂੰ ਬਖਸ਼ਿਸ਼ ਕੀਤੀ। ਥੋੜੀ ਦੇਰ ਬਾਅਦ ਫਿਰ ਮਹਾਰਾਜ ਕੋਲ ਆ ਗਿਆ। ਪਾਤਸ਼ਾਹ ਕਹਿੰਦੇ, ਜਾ ਹੁਣ ਤੂੰ ਭਜਨ ਕਰਿਆ ਕਰ, ਤੈਨੂੰ ਇਸ ਇਲਾਕੇ ਦੀ ਅਸੀਂ ਮਸੰਦੀ ਦੇ ਰਹੇ ਹਾਂ, ਭਾਵ ਤੂੰ ਇਸ ਇਲਾਕੇ ਦਾ ਪ੍ਰਚਾਰਕ ਬਣ ਗਿਆ ਹੈ। ਤੇ ਖਾਲਸਾ ਜੀ ਉਹ ਹਾਂਸੀ ਤੇ ਹਿਸਾਰ ਦੇ ਇਲਾਕੇ ਦਾ ਇਹਨੂੰ ਪਾਤਸ਼ਾਹ ਨੇ ਬਣਾਇਆ ਸੀ ਪ੍ਰਚਾਰਕ। ਤੇ ਪਾਤਸ਼ਾਹ ਕਹਿਣ ਲੱਗੇ, ਜੇ ਧਰਮ ਦਾ ਕੰਮ ਵਧੀਆ ਕਰੇਗਾ ਨਾ, ਕੋਈ ਤੋਟ ਨਹੀਂ ਆਵੇਗੀ, ਮਾਲੋ ਮਾਲ ਰਵੇਗਾ। ਜੇ ਕੋਈ ਅਧਰਮ ਦਾ ਕੰਮ, ਬੁਰਾ ਕੰਮ ਕਿਸੇ ਦਾ ਬੁਰਾ ਕਰੇਗਾ, ਬਚੇਗਾ ਨਹੀਂ, ਇਹ ਰੱਬ ਨੇ ਆਪੇ ਭਾਣਾ ਵਰਤਾ ਦੇਣਾ। ਕਹਿੰਦਾ, ਭਲਾ ਮਹਾਰਾਜ, ਭਲਾ ਜੀ। ਗਲੋਰਾ ਦਿਨੋਂ ਦਿਨ ਮਾਲਾ ਮਾਲ ਹੁੰਦਾ ਗਿਆ। ਹੁਣ ਕੁਦਰਤੀ ਇੱਕ ਦਿਨ ਇਤਨੀਆਂ ਮੋਹਰਾਂ ਹੋ ਗਈਆਂ, ਥੱਲੇ ਦਬਤੀਆਂ ਧਰਤੀ ਚ ਨੇ। ਇਹਦੀ ਘਰਵਾਲੀ ਨੇ ਗੱਲ ਕਰ ਲਈ, ਗਵੰਡਣੀ ਇੱਕ ਬ੍ਰਾਹਮਣੀ ਸੀ। ਕਹਿਣ ਲੱਗੀ, ਭੈਣਾ ਸਾਡੇ ਕੋਲ ਮਾਇਆ ਬੜੀ ਪਈ ਹੈ। ਹੁਣ ਕੁਦਰਤੀ ਸੁਭਾਅ ਹੁੰਦਾ ਹੈ ਸਮਾਜ ਦਾ, ਉਹ ਤੇਜ ਸੀ, ਚਰਿੱਤਰ ਖੇਡਿਆ ਉਹਨੇ। ਕਿੱਥੇ ਮਾਇਆ? ਕਹਿੰਦੇ, ਧਰਤੀ ਦੱਬੀ ਹੋਈ ਹੈ। ਉਹ ਕਹਿਣ ਲੱਗੀ, ਦੱਬੇਗੀ, ਉੱਲੀ ਲੱਗ ਜਾਏਗੀ, ਮਾਇਆ ਨੂੰ ਹਵਾ ਲਵਾਈ ਦੀ ਹੈ, ਲੈ ਕੱਢ ਕੇ ਲਿਆ, ਹਵਾ ਲਵਾਈਏ, ਐਵੇਂ ਖਰਾਬ ਨਾ ਹੋ ਜੇ ਤੁਹਾਡੀ ਮਾਇਆ। ਤੇ ਉੱਤੇ ਚੜ ਗਈ ਚਵਾਰੇ ਤੇ, ਉੱਥੇ ਉਹਨੇ ਮੰਜਾ ਢਾ ਲਿਆ। ਆ ਬ੍ਰਾਹਮਣੀ ਉੱਥੇ ਬੈਠ ਗਈ। ਉਹ ਥੱਲੋਂ ਮਾਇਆ ਕੱਢ ਕੱਢ ਕੇ ਲਿਆਵੇ, ਇਹ ਉੱਤੇ ਸੁੱਕਣੇ ਪਾ ਕੇ ਨਾ ਮੁੱਠ ਭਰ ਕੇ ਆਪਣੇ ਘਰ 'ਚ ਗੇਰ ਦਵੇ। ਉਹ ਹੋਰ ਚੁੱਕ ਕੇ ਲਿਆਵੇ, ਮੁੱਠ ਭਰ ਕੇ ਘਰ 'ਚ ਗੇਰ ਦਵੇ। ਅੱਧੀ ਕੁ ਮਾਇਆ ਉਹਨੇ ਘਰ 'ਚ ਗੇਰਤੀ ਆਪਣੀ, ਤੇ ਅੱਧੀ ਸੁਕਾ ਕੇ ਨਾ ਉਸ ਦਿਨ ਉਹਨੇ ਥੱਲੇ ਫਿਰ ਦਬਤੀ। ਮਹੀਨੇ ਬਾਅਦ ਕਹਿਣ ਲੱਗੀ, ਦੁਬਾਰਾ ਕੱਢੀਏ, ਫਿਰ ਹਵਾ ਲਵਾ ਲਈਏ, ਉੱਲੀ ਨਾ ਲੱਗ ਜਾਵੇ। ਉਹਨੇ ਮਹੀਨੇ ਬਾਅਦ ਦੁਬਾਰਾ ਕੱਢ ਲਈ, ਉਹ ਚੋਂ ਅੱਧੀ ਫਿਰ ਉਹਨੇ ਆਪਣੇ ਘਰ 'ਚ ਗੇਰਤੀ, ਚੌਥਾ ਹਿੱਸਾ ਰਹਿ ਗਿਆ। ਹੁਣ ਇਹਨੂੰ ਪਤਾ ਨਹੀਂ ਵੀ ਕਿਤਨੀ ਮਾਇਆ ਹੈ, ਇਹ ਅਣਜਾਣ ਸੀ, ਥੋੜੀ ਅਣਪੜ੍ਹ ਸੀ। ਤੇ ਮਹੀਨੇ ਬਾਅਦ ਉਹਨੇ ਫਿਰ ਹੋਰ ਦੁਬਾਰਾ ਕੱਢ ਲੈ, ਐਵੇਂ ਨਾ ਖਰਾਬ ਹੋ ਜਾਵੇ। ਉਹ ਫਿਰ ਕੱਢੀ ਉਹਨੇ, ਉਹ ਫਿਰ ਅੱਧੀ ਮਾਇਆ, ਉਹ ਕਰਦੀ ਕਰਦੀ ਥੋੜੀ ਬਹੁਤੀ ਮਾਇਆ ਰਹਿ ਗਈ। ਕਹਿੰਦੀ, ਸਾਂਭ ਕੇ ਰੱਖੇ ਨੂੰ, ਤੁਹਾਡੇ ਕੰਮ ਆਵੇਗੀ। ਇਹ ਸਾਰੀ ਮਾਇਆ ਤੇ ਬ੍ਰਾਹਮਣੀ ਲੈ ਗਈ। ਉਹ ਇਸ ਤਰ੍ਹਾਂ ਖਾਲਸਾ ਜੀ ਉਹ ਥੋੜੀ ਬਹੁਤੀ ਮਾਇਆ ਰਹਿ ਗਈ, ਚਲੋ ਆਪਣਾ ਗੁਜ਼ਾਰਾ ਕਰਦੇ ਰਹੇ। ਤੇ ਕੁਦਰਤੀ ਗਲੋਰਾ ਹਾਂਸੀ ਹਿਲਾਰ ਦੇ ਇਲਾਕੇ ਵਿੱਚ ਨਾ, ਉੱਥੇ ਰੰਗੜ ਦੇ ਜਾਟ ਬੜੇ ਰਹਿੰਦੇ ਆ। ਦੋਵਾਂ ਦਾ ਇੱਟ ਕੁੱਤੇ ਦਾ ਵੈਰ ਸੀ, ਦੋਵਾਂ ਦਾ। ਤੇ ਇਹ ਵਿਚਕਾਰ ਵਿਚੋਲਾ ਬਣ ਕੇ ਕਹਿਣ ਲੱਗਾ, ਇਹ ਰੰਗੜੋ, ਤੁਹਾਨੂੰ ਰਸਤਾ ਮੈਂ ਲੰਘਾ ਕੇ ਦੇਣਾ, ਮੇਰੇ ਜਾਣਕਾਰ ਆ। ਜਦੋਂ ਉਹ ਲੰਘਦੇ ਸੀ ਇਹਨਾਂ ਰਸਤੇ ਤੋਂ, ਉਹ ਮਰਵਾ ਦਿੰਦੇ ਨੂੰ।
ਜਾਟ ਇੱਧਰ ਆਉਂਦੇ ਸੀ, ਇਹ ਮਰਵਾ ਦਿੰਦੇ ਸੀ ਉਹਨਾਂ ਨੂੰ। ਇਤਨਾ ਕੁ ਇਟਕਤਰ ਵੈਰ ਸੀ। ਇਹ ਵਿਚੋਲਾ ਬਣ ਕੇ ਨਾ, ਚਲੋ ਰੰਗੜੋ ਮੇਰੇ ਨਾਲ ਚੱਲੋ। ਰੰਗੜਾ ਨਾਲ ਲੈ ਗਿਆ। ਜਦੋਂ ਪਹੁੰਚਿਆ ਉਹਨਾਂ ਦੇ ਇਲਾਕੇ 'ਚ, ਉਹਨਾਂ ਨੇ ਉੱਥੇ ਵੱਢ ਕੱਟ ਕਰਤੀ। ਕਿਸੇ ਨੂੰ ਕੀ ਵੇਖਿਆ ਉਹਨਾਂ ਨੇ। ਤੇ ਇਹਨੇ ਦੇਖੋ ਆਪਣੇ ਹਉਮੈ ਦੇ ਖਾਤਰ ਇਤਨੇ ਬੰਦੇ ਮਰਵਾ ਛੱਡੇ। ਜਦੋਂ ਇਹ ਧਰਮ ਦਾ ਕੰਮ ਕੀਤਾ ਤੇ ਪਾਤਸ਼ਾਹ ਕਹਿੰਦੇ ਖਤਮ ਹੈ ਹੁਣ ਤੋਂ। ਔਰ ਹੁਕਮ ਸੀ ਨਾ ਵੀ ਚੰਗਾ ਕੰਮ ਕਰੇਗਾ ਤੇ ਭਲਾ ਰਵੇਗਾ। ਤੇਰਾ ਕੰਮ ਹੈ ਭਜਨ ਬੰਦਗੀ ਕਰਨੀ, ਪ੍ਰਚਾਰ ਕਰਨਾ। ਬਸ ਐਵੇਂ ਨਾ ਕਿਸੇ ਦੇ ਮਗਰ ਲੱਗੀ। ਉੱਥੇ ਫਿਰ ਤਬਾਹ ਹੋ ਗਿਆ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉੱਥੇ ਵੀ ਚਰਨ ਪਾਏ। ਚੀਕਾ ਉਧਰੋਂ ਪਾਤਸ਼ਾਹ ਫਿਰ ਕਰਹਾਲੀ ਸਾਹਿਬ ਇੱਧਰ ਗਏ। ਰੋਹ ਵਿਚਾਰ ਕਿ ਜਦੋਂ ਗੁਰੂ ਦੀ ਬਖਸ਼ਿਸ਼ ਹੋਵੇ ਫਿਰ ਮਾਇਆ ਤੰਗ ਨਹੀਂ ਕਰਦੀ। ਤਾਂ ਮਾਇਆ ਲੁੱਟ ਲੁੱਟ ਕੇ ਲੋਕੀ ਲੈ ਜਾਂਦੇ ਖਾਲਸਾ ਜੀ, ਲੋਕੀ ਛੱਡਦੇ ਹੀ ਨਹੀਂ ਇਹਨੂੰ। ਤਾਂ ਪਾਤਸ਼ਾਹ ਕਹਿੰਦੇ ਭਾਹੇ ਬਲੰਦੜੀ ਬੁਝ ਗਈ, ਰਖੰਦੜੋ ਪ੍ਰਭ ਆਪ, ਜਿਨ ਉਪਾਈ ਮੇਦਨੀ ਨਾਨਕ। ਸੋ ਪ੍ਰਭ ਜਾਪ ਮਨਾ, ਉਸ ਵਾਹਿਗੁਰੂ ਦਾ ਜਾਪ ਕਰ। ਪੌੜੀ ਜਾ ਪ੍ਰਭ ਭਏ ਦਇਆਲ, ਨਾ ਵਿਆਪੈ ਮਾਇਆ। ਪੌੜੀ ਤੇ ਸ਼ਲੋਕ ਦਾ ਕੀ ਸੰਬੰਧ ਹੈ ਆਪਸ ਵਿੱਚ? ਸ਼ਲੋਕ ਦੀ ਕਹਿ ਲੋ ਵਿਆਖਿਆ ਪੌੜੀ ਵਿੱਚ ਹੈ, ਬਸ ਸੌਖੀ ਜਿਹੀ ਭਾਵ, ਉਹੀ ਭਾਵ ਆ ਮੇਰੇ। ਦੇਖੋ ਸ਼ਲੋਕ ਵਿੱਚ ਸੋਖ ਕੀ ਹੁੰਦਾ ਹੈ, ਜੋ ਸਮਝ ਲਓ। ਸੁਖਮਨੀ ਸਾਹਿਬ 8ਵੀਂ ਅਸ਼ਟਪਦੀ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹਦੀ ਵਿਆਖਿਆ ਪਾਤਸ਼ਾਹ ਨੇ ਪੂਰੀ ਅਸ਼ਟਪਦੀ ਕਰ ਦਿੱਤੀ। ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰਨਹਾਰ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਉਤਾਰ। ਵਿਆਖਿਆ ਕਰਤੀ ਪਾਤਸ਼ਾਹ ਨੇ 13ਵੀਂ ਅਸ਼ਟਪਦੀ ਵਿੱਚ। ਸ਼ਲੋਕ ਦੀ ਵਿਆਖਿਆ ਗੁਰੂ ਅਰਜਨ ਦੇਵ ਮਹਾਰਾਜ ਆਪੇ ਕਰੀ ਜਾਂਦੇ ਹਨ। ਸੌਖਾ ਹੀ ਸਾਨੂੰ ਸਮਝ ਆ ਜਾਵੇ। ਪਾਤਸ਼ਾਹ ਕਹਿੰਦੇ ਜਾ ਪ੍ਰਭ ਭਏ ਦਇਆਲ, ਜਦੋਂ ਵਾਹਿਗੁਰੂ ਦਇਆ ਦੇ ਘਰ ਵਿੱਚ ਆਉਂਦੇ ਹਨ, ਨਾ ਵਿਆਪੈ ਮਾਇਆ, ਉਦੋਂ ਮਾਇਆ ਲਿਪਾਏ ਮਾਨ ਨਹੀਂ ਹੁੰਦੀ। ਓਟ ਅਘਾ ਗਏ ਨਾਸ, ਹਰ ਇੱਕ ਧਿਆਇਆ। ਵਾਹਿਗੁਰੂ ਇੱਕ ਦਾ ਜਾਪ ਕਰਨ ਨਾਲ ਸਾਰੇ ਪਾਪ ਖਤਮ ਹੋ ਗਏ, ਗਏ ਚਲੇ ਗਏ। ਕਿਉਂਕਿ ਇੱਕ ਸ਼ਬਦ ਬੜਾ ਡੂੰਘਾ ਭਾਵ ਹੈ। ਕੋਟ ਅਘਾ ਗਏ ਨਾ, ਸਾਰੇ ਅਗਾ ਪਾਪ ਖਤਮ ਹੋ ਗਏ। ਕਦੋਂ? ਜਦੋਂ ਵਾਹਿਗੁਰੂ ਵਾਹਿਗੁਰੂ ਹਰ ਇੱਕ ਧਿਆਇਆ। ਜਦੋਂ ਵਾਹਿਗੁਰੂ ਨੂੰ ਧਿਆਇਆ, ਉਹਦਾ ਭਜਨ ਕੀਤਾ। ਨਿਰਮਲ ਭਏ ਸ਼ਰੀਰ, ਜਾਣ ਧੂਰੀ ਨਾਇਆ। ਤੇ ਸਾਧ ਸੰਗਤ ਦੀ ਧੂੜੀ ਵਿੱਚ ਨਹਾ ਕੇ ਸਰੀਰ ਪਵਿੱਤਰ ਹੋ ਗਿਆ। ਖਾਲਸਾ ਜੀ, ਮਨ ਪਵਿੱਤਰ ਹੋ ਗਿਆ। ਇੱਥੇ ਸਰੀਰ ਮਨ ਹੈ। ਸਰੀਰ ਤਾਂ ਇਸ਼ਨਾਨ ਨਾਲ ਪਵਿੱਤਰ ਹੋ ਜਾਂਦਾ ਹੈ, ਪਰ ਕਈ ਵਾਰੀ ਉਹ ਵੀ ਨਹੀਂ ਹੁੰਦਾ। ਇਹ ਤਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਹਨ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ, ਧੰਨ ਗੁਰੂ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਹਨ। ਬੰਗਲਾ ਸਾਹਿਬ, ਦੁੱਖ ਨਿਵਾਰਨ ਸਾਹਿਬ, ਮੋਤੀ ਬਾਗ, ਅੰਮ੍ਰਿਤਸਰ ਸਾਹਿਬ, ਮੁਕਤਸਰ ਸਾਹਿਬ, ਤਰਨ ਤਾਰਨ ਸਾਹਿਬ, ਇਹ ਪਾਵਨ ਸਥਾਨ ਹਨ। ਬੌੜੀ ਸਾਹਿਬ, ਗੋਇੰਦਵਾਲ ਸਾਹਿਬ। ਇੱਥੇ ਜਾ ਕੇ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ। ਖਾਲਸਾ ਜੀ, ਇਹ ਮਨ ਪਵਿੱਤਰ ਹੋਵੇਗਾ ਸਾਧ ਸੰਗਤ ਵਿੱਚ ਆ ਕੇ। ਇਹ ਸਾਧ ਸੰਗਤ ਦੀ ਧੂੜੀ, ਮਾਗ ਮੱਜਨ ਸੰਗ ਸਾਧੂਆ, ਧੂੜੀ ਕਰ ਇਸਨਾਨ, ਧੂੜੀ ਕਰ ਇਸਨਾਨ, ਧੂੜੀ ਕਰ ਇਸਨਾਨ, ਧੂੜੀ ਕਰ ਇਸ਼ਨਾਨ, ਧੂੜੀ ਕਰ ਇਸ਼ਨਾਨ। ਧੂੜੀ ਕਹਿੰਦੇ ਨਿਮਰਤਾ ਸਹਿਤ ਇਸ਼ਨਾਨ ਕਰੀ ਇੱਥੇ ਬੈਠ ਕੇ। ਇਹਦਾ ਹੋਰ ਡੂੰਘਾ ਭਾਵ, ਧੂੜੀ ਨੀਵੀਂ ਪੈਰਾਂ 'ਚ ਹੁੰਦੀ ਹੈ ਨਾ, ਕਿ ਸੰਗਤ ਦੇ ਪੈਰਾਂ 'ਚ ਬੈਠ ਕੇ, ਪੈਰ ਕੀ ਆਪਣੀ ਸੁਰਤੀ ਨੂੰ ਨੀਵਾਂ ਰੱਖ ਕੇ ਅੱਖਾਂ ਬੰਦ ਕਰਕੇ ਸੁਣੀ ਜਾਈ ਬਾਣੀ ਨੂੰ, ਤਾਂ ਕੁਝ ਅੰਦਰ ਵੜੇਗਾ। ਇੱਥੇ ਬੈਠ ਕੇ ਵੀ ਹੰਕਾਰ ਹੈ ਜੀ, ਨਾ ਮੈਂ ਨਹੀਂ ਸੁਣਨਾ, ਫਿਰ ਅੰਦਰ ਕੀ ਜਾਵੇਗਾ?
ਇੱਥੇ ਤਾਂ ਭਾਈ ਸੁਰਤੀ ਨੂੰ ਨੀਵਾਂ ਕਰਕੇ ਮਹਾਰਾਜ ਬਖਸ਼ਿਸ਼ ਕਰੋ, ਝੋਲੀ 'ਚ ਪਾਓ, ਮਨ ਨੀਵਾਂ ਮਤ ਉੱਚੀ, ਤੇ ਤਾਂ ਪਾਤਸ਼ਾਹ ਬਖਸ਼ਿਸ਼ ਕਰਨਗੇ। ਇਹ ਇਸ਼ਨਾਨ ਕਰਨਾ ਹੈ। ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ। ਜਦੋਂ ਪੂਰਨ ਪਰਮਾਤਮਾ ਦੀ ਪ੍ਰਾਪਤੀ ਹੋਈ, ਫਿਰ ਮਨ ਵੀ ਸੰਤੋਖ ਤੇ ਸਰੀਰ ਨੂੰ ਵੀ ਸੰਤੋਖ ਆ ਗਿਆ। ਸਰੀਰ ਨੂੰ ਜਿਹੜਾ ਕੱਪੜਾ ਮਿਲੇ ਬੰਦਾ ਪਾ ਲੈਂਦਾ, ਚੱਲ ਭਲਾ, ਇਹੀ ਕਹਿੰਦਾ ਸੰਤੋਖ ਇਹੀ ਹੈ। ਜੇ ਨਾ ਆਵੇ ਤਾਂ ਕੱਪੜਾ ਵਧੀਆ ਹੋਵੇ, ਇਹਦੀ ਪਰਸਨੈਲਿਟੀ ਬਣੇ, ਲੋਕੀ ਵੇਖਣ ਬੜਾ ਸੋਹਣਾ ਬਾਬੂ ਜੀ ਹੈ, ਉਹ ਸੰਤੋਖ ਨਹੀਂ ਹੈ। ਢਿੱਡ ਭਰ ਗਿਆ ਪਰ ਮਨ ਨਾ ਭਰਿਆ, ਪਾਟਣ ਨੂੰ ਆ ਗਿਆ, ਕਹਿੰਦਾ ਸੰਤੋਖ ਆਇਆ। ਕਿੱਥੇ ਆਇਆ? ਪਾਤਸ਼ਾਹ ਕਹਿੰਦੇ ਮਨ ਨੂੰ ਵੀ ਸੰਤੋਖ ਆਵੇ। ਪਾਤਸ਼ਾਹ ਨੇ ਜੋ ਦੇਤਾ ਭਲਾ ਮਹਾਰਾਜ ਭਲਾ, ਇਤਨਾ ਦਿੱਤਾ ਹੈ। ਸੰਤੋਖ ਕਦੋਂ ਆਉਂਦਾ ਹੈ ਭਾਈ? ਉਹ ਨੀਵੇਂ ਵੱਲ ਦੇਖੀਏ, ਉਹਦੇ ਕੋਲ ਕੁਝ ਨਹੀਂ, ਸਾਨੂੰ ਬਹੁਤ ਕੁਝ ਦਿੱਤਾ ਰੱਬ ਨੇ, ਤਾਂ ਹੀ ਦੇਖਾਂਗੇ। ਅਸੀਂ ਵੇਖਦੇ ਹਾਂ ਉੱਚਿਆਂ ਵੱਲ, ਉੱਚੇ ਦੇਖੋ ਮਰੇ ਪਏ ਹਨ। ਉੱਚੇ ਟਾਰੀਆਂ ਵੇਖੋਗੇ ਤੇ ਆਪਣੇ ਘਰ ਉਜਾੜ ਦੋਗੇ ਭਾਈ। ਉੱਚਿਆਂ ਵੱਲ ਵੇਖਾਂਗੇ ਤਾਂ ਘਰ ਤਬਾਹ ਕਰ ਲਵਾਂਗੇ। ਇਸ ਕਰਕੇ ਨੀਵੇਂ ਭਗਤਾਂ ਵੱਲ ਵੇਖੀਏ ਤਾਂ ਹੀ ਭਗਤੀ ਭਾਵਨਾ ਆਵੇਗੀ ਕਿ ਰੱਬ ਦਾ ਭਜਨ ਕਰੀਏ। ਮਨ ਤਨ ਭਏ ਸੰਤੋਖ, ਮਨ ਨੂੰ ਵੀ ਸੰਤੋਖ ਆ ਗਿਆ, ਤਨ ਨੂੰ ਵੀ ਸੰਤੋਖ ਆ ਗਿਆ। ਕਦੋਂ? ਜਦੋਂ ਪੂਰਨ ਪਰਮਾਤਮਾ ਦੀ ਪ੍ਰਾਪਤੀ ਹੋਈ। ਹਰੇ ਕੁਟੰਬ ਸੰਗ ਲੋਗ ਕੁਲ ਸਬਾਇਆ। ਆਪ ਤਾਂ ਤਰ ਗਏ, ਪਰਿਵਾਰ ਵੀ ਤਰ ਗਿਆ, ਸੰਗੀ ਸਾਥੀ ਵੀ ਤਰ ਗਏ। ਤਰੇ ਕੁਟੰਬ ਪਰਿਵਾਰ, ਸੰਗ ਲੋਕ ਸੰਗੀ ਸਾਥੀ, ਤੇ ਸਭਾਇਆ ਸਾਰਾ ਕੁਝ ਉਹਨਾਂ ਦਾ ਕਹਿ ਲੋ ਆਲਾ ਦਵਾਲਾ ਸਾਰੇ ਤਰ ਗਏ। ਧੰਨੋ ਗੁਰੂ ਕੇ ਪਿਆਰੇ ਹਨ।